की रखिया साध दे डेरे ते जो पलदा टुकड़े तेरे ते। मेरे देश के प्यारे लोगों, तुहाडे ही खून पसीने की कमाई के उत्ते पलण वाले ये वेलड़ परजीवी लोग, जिन्हां कोले तुसी अपनियां समस्यावां दा मुश्किलों का हल लभण जाते हो, इन्हां कोले तुहाडी किसी समस्या का कोई हल नहीं है। ये लोग तुहाडी आर्थिक, मानसिक ते होर भी कई प्रकारां दी लुट करते हैं। आर्थिक तौर के उत्ते टुटे हुए साडे लोग बाबियां दे डेरियां ते जांदे है किसी ना किसी समस्या का हल लभण। आम तौर ते की हुंदा कि साडे खास करके पेंडू खेत्र दे विच घरां दे विच डंगर पशु हुंदे आ, लवेरा हुंदा है ते साडे लोग की करदे आ, दुध चोंदे आ, डोलू भरिया दुध दा ते चल पैंदे आ डेरे नूं। किसी ना किसी डेरे दे किसी बाबे दे जिहदे श्रद्धालू हुंदे आ, चले जांदे आ उत्थे। उत्थे जा के करदे आ, बाबा जी दुध लैके आए हैं। फिर बाबा जी की कहते हैं भी भाई संगत है कोई गल नहीं, जिहड़ा इह तेरा दुध हैगा वो बाबे दा देगा पहले ही भरिया पिया हुंदा भी भाई तूं इहदे विच जिहड़ा हैगा पा दे, ते उहदे विच दुध दा डोलू जिहड़ा साडे लोग उल्टा दिंदे आ। उल्टा के बाबे कोले आ जांदे आ, मुड़ के आके बह जांदे बाबे कोले, बाबा जी बहुत औखे हैं, बड़ी समस्या है, बड़ी परेशानियां है, बड़ियां आर्थिक तंगियां ने, कामकार बड़ा करते हैं पर बहुत तंगियां ने, बरकत नहीं रहिंदी कमाई दे विच। ते बाबा जी फिर बरकत तुहानूं पता किवें दसदे आ, बच्चा ऐ कर, वो सामने अपने टूटी तो जां नलके तो पानी का डोलू भर लै ते जाके सारे घर दे विच छट्टा दे दी, लहरां बहरां हो जाणियां, घर च बरकतां आ जाणियां। वो मेरे प्यारे लोगों, मेरे भोले लोगों, कदे सोचा कदे दिमाग लाया कि लहरां बहरां ते बरकतां उत्थे आउणगियां जिथे डूढ़ सिर पक्के दुध का डोलू चलिया गया, या उत्थे आउणगियां कि दुध दे वट्टे पानी का डोलू आ गया घर दे विच? कित्थे आउणगियां बरकतां? थोड़ा जिहा दिमाग ला के सोचो। सो मेरे प्यारे लोगों, इन्हां लोकां कोले तुहाडी किसी समस्या का कोई हल नहीं है। साडे आले दुआले वापरन वालियां घटनावां, आले दुआले वापरन वाले वरतारे जिहड़े हैगे आ, उन्हां प्रति तुहानूं सचेत होकर सोचना पैना है। ਜਦੋਂ ਤੁਸੀਂ ਕਿਉਂ, ਕਿਵੇਂ ਤੇ ਕਿੱਥੋਂ ਦੀ ਕਸੌਟੀ ਦੇ ਉੱਤੇ ਚੀਜ਼ ਨੂੰ ਪਰਖੋਗੇ, ਸੋਚੋਗੇ ਤਾਂ ਤੁਹਾਨੂੰ ਆਪਣੀ ਸਮੱਸਿਆ ਦਾ ਹੱਲ ਆਪ ਲੱਭ ਜੂਗਾ। ਤੁਸੀਂ ਆਪਣੀ ਸਮੱਸਿਆ ਦਾ ਹੱਲ ਆਪ ਕਰ ਲਓਗੇ। ਫਿਰ ਤੁਸੀਂ ਕਿਸੇ ਵਿਹਲੜ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਇਹਨਾਂ ਵਿਹਲੜ ਪਖੰਡੀਆਂ ਕੋਲੇ ਜਾ ਕੇ ਤੁਹਾਨੂੰ ਕਿਸੇ ਸਮੱਸਿਆ ਨੂੰ ਪੁੱਛਣ ਦਾ ਹੱਲ ਨਹੀਂ ਹੈ। ਤੇ ਜਿਹੜੇ ਲੋਕ ਆਪਣੀਆਂ ਕਬੀਲਦਾਰੀਆਂ ਨੂੰ ਨਹੀਂ ਚਲਾ ਸਕੇ ਆਪਣੇ ਘਰਾਂ ਦੇ ਉੱਤੋਂ, ਆਮ ਤੌਰ 'ਤੇ ਸਾਡੇ ਲੋਕ ਕੀ ਕਹਿੰਦੇ ਨੇ, ਆ ਬਾਬਾ ਜੀ ਨੇ ਦੇਖੋ ਜੀ ਘਰ ਗ੍ਰਸਤੀ ਤਿਆਗਤੀ। ਉਹ ਘਰ ਗ੍ਰਸਤੀ ਨਹੀਂ ਤਿਆਗਤੀ, ਜਦੋਂ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਚੱਕੀਆਂ ਗਈਆਂ ਤੇ ਜਿਹੜੀਆਂ ਸਮੱਸਿਆਵਾਂ ਤੁਸੀਂ ਲੈ ਕੇ ਜਾਣਾ, ਆਰਥਿਕ ਤੰਗੀਆਂ ਤੁਰਸੀਆਂ, ਉਹ ਬਾਬੇ ਨੂੰ ਵੀ ਸੀਗੀਆਂ ਤੇ ਉਹਨਾਂ ਨੂੰ ਛੱਡ ਕੇ ਬਾਬਾ ਤੇ ਜਾ ਕੇ ਸਾਧ ਬਣ ਗਿਆ ਤੇ ਤੁਹਾਡੀ ਸਮੱਸਿਆ ਦਾ ਕੀ ਹੱਲ ਕਰੂਗਾ? ਤੋ ਸਿਆਣੇ ਹੋਵੋ ਲੋਕੋ, ਸਿਆਣੇ ਬਣਨ ਦੀ ਲੋੜ ਹੈ। ਆਪਾਂ ਜੇ ਗੱਲ ਕਰੀਏ ਸਿਆਣੇ ਦੀ ਗੱਲ ਕਰਦੇ ਹਾਂ, ਸਾਡੇ ਸਮਾਜ ਦੇ ਵਿੱਚ ਕੀ ਹੈ ਕਿ ਆਮ ਤੌਰ 'ਤੇ ਸਾਡੇ ਲੋਕਾਂ ਦੀਆਂ ਭੂਤਾਂ, ਪ੍ਰੇਤਾਂ, ਚੁੜੇਲਾਂ, ਆਤਮਾਵਾਂ ਹੁੰਦੀਆਂ ਨੇ ਜੀ। ਤਰਕ ਸੋਸਾਇਟੀ ਇਹਨਾਂ ਨੂੰ ਚੈਲੰਜ ਕਰਦੀ ਹੈ ਵੀ ਇਸ ਧਰਤੀ 'ਤੇ ਕੋਈ ਭੂਤ, ਪ੍ਰੇਤ, ਚੁੜੇਲ ਨਾਮ ਦੀ ਕਿਸੇ ਚੀਜ਼ ਦੀ ਹੋਂਦ ਨਹੀਂ ਹੈ। ਪਿਛਲੇ 36 ਸਾਲਾਂ ਤੋਂ ਹਜ਼ਾਰਾਂ ਕੇ ਸਾਲ ਕੀਤੇ ਆ, ਸਾਨੂੰ ਕਿਤੇ ਵੀ ਕੋਈ ਸਿਰ ਘੁਮਾਉਂਦਾ, ਖੇਡਦਾ, ਚੀਕਾਂ ਮਾਰਦੇ ਆਉਂਦੇ ਸਾਡੇ ਕੋਲੇ ਤੇ ਅਸੀਂ ਉਹ ਮਸਲੇ ਨੂੰ ਹੱਲ ਕਰਦੇ ਹਾਂ, ਪਰ ਸਾਨੂੰ ਉੱਥੇ ਕਿਤੇ ਵੀ ਭੂਤ ਪ੍ਰੇਤ ਨਹੀਂ ਥਿਆ। ਕੋਈ ਨਾ ਕੋਈ ਸਮੱਸਿਆ ਦਾ ਕੋਈ ਨਾ ਕੋਈ ਕਾਰਨ ਲੱਭਿਆ ਹੈਗਾ। ਆਮ ਤੌਰ 'ਤੇ ਸਾਡੇ ਕੀ ਲੋਕ ਕਰਦੇ ਆ, ਜਿਹੜੇ ਚੇਲੇ ਜੁੜੇ ਹੁੰਦੇ ਆ ਬਾਬੇ ਜਾਂ ਹੋਰ ਤਾਂਤਰਿਕ ਜੋ ਸੀ ਪੁੱਛਾਂ ਦੇਣ ਵਾਲੇ, ਉਹਨਾਂ ਨੂੰ ਕੀ ਕਹਿੰਦੇ ਨੇ, ਸਿਆਣਾ ਕਹਿੰਦੇ ਆ ਮਾਲਵੇ ਦੇ ਵਿੱਚ ਵੀ ਆ ਯਾਰ ਆਪਣੇ ਕੋਲ ਜਦੋਂ ਕੋਈ ਸਮੱਸਿਆ ਆਉਂਦੀ ਹੈ ਵੀ ਸਿਆਣੇ ਕੋਲ ਪੁੱਛ ਹੀ ਲੈ ਲਓ। ਤੇ ਸਿਆਣੇ ਕੋਲੇ ਫਿਰ ਸਾਡੇ ਲੋਕ ਚੱਲ ਪੈਂਦੇ ਆ ਪੁੱਛਾਂ ਲੈਣ ਵੀ ਸਾਡੇ ਯਾਰ ਆਹ ਸਮੱਸਿਆ ਹੈਗੀ ਆ, ਸਾਡੀ ਸਮੱਸਿਆ ਦਾ ਹੱਲ ਕਰੋ। ਇੱਦਾਂ ਹੀ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਣਾ, ਇਹਨੂੰ ਕਹਾਣੀ ਦਾ ਰੂਪ ਲੈ ਲਓ, ਚੁਟਕੀ ਦਾ ਲੈ ਲਓ, ਜੋ ਤੁਹਾਡੇ ਮਤਲਬ ਹੈਗਾ ਟੌਪਿਕ ਹੈ, ਮਤਲਬ ਤਰਕ ਨਾਲ ਅਸੀਂ ਕਿਵੇਂ ਮਤਲਬ ਗੱਲ ਕਰ ਰਹੇ ਹਾਂ ਜਾਂ ਤਰਕ ਕਿੱਦਾਂ ਦਾ ਹੁੰਦਾ ਹੈਗਾ। ਕਿਸੇ ਨੂੰ ਸਮੱਸਿਆ ਸੀਗੀ, ਉਹ ਚਲਿਆ ਗਿਆ ਕਿਸੇ ਸਿਆਣੇ ਕੋਲੇ ਪੁੱਛ ਲੈਣ। ਸਿਆਣੇ ਕੋਲ ਜਾ ਕੇ ਪੁੱਛ ਲਈ, ਬਾਬਾ ਐਂ ਕਰਕੇ ਸਮੱਸਿਆਵਾਂ ਨੇ। ਕਹਿੰਦਾ ਭਾਈ ਤੇਰੀ ਸਮੱਸਿਆ ਬਹੁਤ ਭਾਰੀ ਹੈ, ਪਰ ਤੇਰੇ ਘਰੇ ਜਾ ਕੇ ਹੱਲ ਕਰਨਾ ਪਊਗਾ ਤੇਰੀ ਸਮੱਸਿਆ ਦਾ। ਕਹਿੰਦਾ ਬਾਬਾ ਜੀ ਘਰੇ ਜਾ ਕੇ ਹੱਲ ਕਰ ਦਿਓ। ਘਰੇ ਆ ਗਿਆ ਸਿਆਣਾ, ਘਰੇ ਆ ਕੇ ਮਾਰ ਕੇ ਨਿਗਾਹ ਜੀ, ਕਹਿੰਦਾ ਜੀ ਮਤਲਬ ਭਗਤਾ ਤੈਨੂੰ ਇੱਕ ਤਾਂ ਜਿਹੜੀ ਹੈਗੀ ਹੈ ਪਹਿਲੇ ਤੋੜ ਦੀ ਸ਼ਰਾਬ ਦੀ ਬੋਤਲ ਤੇ ਇੱਕ ਕਾਲਾ ਮੁਰਗਾ
ਜਿਹੜਾ ਭੇਟਾ ਦੇਣੀ ਪਊਗੀ। ਉਹ ਕਹਿੰਦਾ ਜੀ ਗੱਲ ਹੀ ਕੁਛ ਨਹੀਂ, ਆਪਣਾ ਤੌੜਾ ਪਾਇਆ ਹੋਇਆ ਅਤੇ ਸ਼ਰਾਬ ਆਪਾਂ ਕੱਢ ਲੈਂਦੇ ਹਾਂ ਪਹਿਲੇ ਤੋੜ ਦੀ, ਮੁਰਗੇ ਆਪਣੇ ਆਪ ਦੇ ਰੱਖੇ ਹੋਏ ਆ, ਮੁਰਗਾ ਬਣਾ ਲੈਂਦੇ ਹਾਂ। ਉਹਨੇ ਦਾਰੂ ਦੀ ਭੱਠੀ ਚੜ੍ਹਾ ਲਈ, ਭੱਠੀ ਚੜ੍ਹਾ ਕੇ ਅਤੇ ਉਹਨੂੰ ਬਾਬੇ ਨੂੰ ਝੋਕਾ ਲਾਉਣ ਲਾਤਾ। ਕਹਿੰਦਾ ਐਂ ਕਰੋ ਬਾਬਾ ਜੀ, ਫਿਰ ਮੈਂ ਅੱਗ ਮਚਾਤੀ ਹੈ ਥੱਲੇ, ਮੜੀਆਂ ਤੁਸੀਂ 4 ਕੁ ਲੱਕੜਾਂ ਥੱਲੇ ਝੋਕਾ ਲਾਇਓ ਅਤੇ ਮੈਂ ਮੁਰਗਾ ਬਣਾਉਣਾ, ਮੁਰਗਾ ਫੜਦਾ। ਉਹ ਜਦੋਂ ਮੁਰਗਾ ਬਣਾਉਣ ਲਈ ਖੁੱਡੇ ਵੱਲ ਨੂੰ ਚੱਲਿਆ ਅਤੇ ਸਾਹਮਣੇ ਕਿਤੇ ਨਿਗਾਹ ਪੈ ਗਈ, ਇੱਧਰੋਂ ਪੁਲਿਸ ਆਈ ਜਾਂਦੀ ਸੀਗੀ। ਹੁਣ ਤਾਂ ਮਾਰੀ ਛਾਲ, ਮਾਰ ਕੇ ਛਾਲ 'ਤੇ ਕੰਧ ਟੱਪ ਕੇ ਭੱਜ ਗਿਆ। ਪੁਲਿਸ ਆ ਗਈ, ਛਾਪਾ ਪੈ ਗਿਆ, ਪੁਲਿਸ ਵਾਲਿਆਂ ਨੇ ਆ ਕੇ ਫੜ ਲਿਆ। ਕਹਿੰਦੇ ਕਿਉਂ ਓਏ ਸ਼ਰਾਬ ਕੱਢਦਾ ਸੀ? ਕਹਿੰਦਾ ਨਹੀਂ ਜੀ ਸ਼ਰਾਬ, ਮੈਂ ਕਾਹਨੂੰ ਸ਼ਰਾਬ ਕੱਢਦਾ ਸੀ, ਮੈਂ ਤਾਂ ਕਹਿੰਦੀ ਸਿਆਣਾ ਹੈ। ਉਹ ਥਾਣੇਦਾਰ ਨੇ ਕੰਨ 'ਤੇ ਮਾਰਿਆ ਲਫੜਾ, ਕਹਿੰਦਾ ਤੂੰ ਕਾਹਦਾ ਸਿਆਣਾ ਵੇ, ਸਿਆਣਾ ਤਾਂ ਉਹ ਸੀ ਜਿਹੜਾ ਕਹਿੰਦਾ ਕੰਧ ਟੱਪ ਕੇ ਭੱਜ ਗਿਆ। ਸੋ ਮੇਰੇ ਪਿਆਰੇ ਲੋਕੋ, ਜਿੰਨਾ ਚਿਰ ਤੁਸੀਂ ਸਿਆਣੇ ਨਹੀਂ ਹੁੰਦੇ ਉਨਾ ਚਿਰ ਇਹ ਅਨਪੜ੍ਹ, ਇਹ ਵਿਹਲੜ ਲੋਕ ਹੀ ਸਿਆਣੇ ਰਹਿਣਗੇ। ਤੁਹਾਨੂੰ ਸਿਆਣੇ ਹੋਣ ਦੀ ਲੋੜ ਹੈ। ਤੁਹਾਨੂੰ ਸਿਆਣੇ ਕਰਨ ਵਾਸਤੇ ਹੀ ਅਸੀਂ ਜਿਹੜਾ ਨਿਰੰਤਰ ਪਿਛਲੇ 36 ਸਾਲਾਂ ਤੋਂ ਤੁਹਾਡੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਹੀ ਸਾਰਾ ਕੁਛ ਕਰਦੇ ਆ ਰਹੇ। ਤੁਹਾਨੂੰ ਸਿਆਣੇ ਹੋਣ ਦੀ ਲੋੜ ਹੈ, ਤੁਸੀਂ ਸਿਆਣੇ ਬਣੋ। ਕਿਸੇ ਵੀ ਤੁਹਾਡੀ ਸਮੱਸਿਆ, ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਆਲੇ ਦੁਆਲੇ ਪਈਆਂ ਨੇ, ਸਾਡੇ ਘਰ ਦੇ ਵਿੱਚ ਪਈਆਂ ਨੇ, ਸਾਡੇ ਸਮਾਜ ਦੇ ਵਿੱਚ ਪਈਆਂ ਨੇ, ਸਾਡੇ ਸ਼ਾਸਨ ਦੇ ਵਿੱਚ ਪਈਆਂ, ਸਾਡੇ ਪ੍ਰਸ਼ਾਸਨ ਦੇ ਵਿੱਚ ਪਈਆਂ, ਅਤੇ ਅਸੀਂ ਉਹਨਾਂ ਸਮੱਸਿਆਵਾਂ ਨੂੰ, ਕਿਉਂਕਿ ਸਾਡੇ ਚੇਤਨ ਦਿਮਾਗ ਨਾਲ ਅਸੀਂ ਸੋਚਦੇ ਨਹੀਂ ਹਾਂ, ਇਸ ਕਰਕੇ ਜਿਹੜੀਆਂ ਸਦੀਆਂ ਪੁਰਾਣੀਆਂ ਚੱਲੀਆਂ ਆਉਂਦੀਆਂ ਪੀੜ੍ਹੀਆਂ, ਜਿਹੜੀਆਂ ਪਰੰਪਰਾਵਾਂ ਹੈਗੀਆਂ, ਅਸੀਂ ਉਹਨਾਂ ਦੇ ਲਕੀਰ ਦੇ ਫਕੀਰ ਬਣ ਕੇ ਅਸੀਂ ਤੁਰੇ ਆਉਂਦੇ ਹਾਂ। ਅਤੇ ਹਰੇਕ ਜਦੋਂ ਕੋਈ ਮਾੜੀ ਜਿਹੀ ਸਮੱਸਿਆ ਹੁੰਦੀ ਹੈ ਅਤੇ ਅਸੀਂ ਉਹਨਾਂ ਨੂੰ ਭੂਤਾਂ ਪ੍ਰੇਤਾਂ ਆਪਣੀਆਂ ਕਸਰਾਂ ਨਾਲ ਜਾਂ ਫਲਾਣੇ ਨੇ ਕੁਛ ਕਰਾਇਆ, ਅਤੇ ਫਿਰ ਅਸੀਂ ਇਹਨਾਂ ਸਿਆਣਿਆਂ ਦੇ, ਚੇਲਿਆਂ ਦੇ, ਬਾਬਿਆਂ ਦੇ, ਤਾਂਤਰਿਕਾਂ, ਜੋਸ਼ੀਆਂ ਚੱਕਰ 'ਚ ਪੈ ਜਾਂਦੇ ਸਾਡੇ ਲੋਕ, ਅਤੇ ਉਹ ਗਾਹਾਂ ਫਿਰ ਉਲਝਾ ਦਿੰਦੇ ਇਸ ਕੰਮ ਨੂੰ। ਅਤੇ ਜਿਹੜੀ ਥੋੜ੍ਹੀ ਬਹੁਤੀ ਕੋਈ ਮਾੜੀ ਮੋਟੀ ਆਰਥਿਕਤਾ ਹੁੰਦੀ ਵੀ ਹੈ ਜੀ, ਆਹ ਬਾਬੇ ਦਾ ਮੁਰਗਾ ਦੇਣਾ ਪਊ, ਆਹ ਬਾਬੇ ਦਾ ਘੋੜਾ ਦੇਣਾ ਪਊ, ਬੱਕਰਾ ਦੇਣਾ ਪਊਗਾ ਜੀ, ਆਹ ਭੇਡਾਂ ਦੇਣੀ ਪਊਗੀ, ਆਹ ਤੁਹਾਨੂੰ ਸਮਾਨ ਜਿਹੜਾ ਮਤਲਬ ਚਰਸਤੇ 'ਚ ਟੂਣਾ ਰੱਖਣਾ ਪਊਗਾ, ਹੋਰ ਉਹ ਹਜ਼ਾਰਾਂ ਰੁਪਏ ਦਾ ਸਮਾਨ ਜਿਹੜਾ ਆਰਥਿਕ ਤੌਰ 'ਤੇ ਸਾਡੇ ਲੋਕ ਪਹਿਲਾਂ ਹੀ ਟੁੱਟੇ ਹੁੰਦੇ ਆ, ਅਤੇ ਰਹਿੰਦੀ ਖੁੰਦੀ ਕਸਰ ਜਿਹੜੇ ਫਿਰ ਇਹ ਬਾਬੇ ਕੱਢ ਦਿੰਦੇ ਆ, ਉਹ ਹਜ਼ਾਰਾਂ ਰੁਪਈਆ ਉਹਦਾ ਹੋਰ ਲਵਾ ਦਿੰਦੇ ਆ, ਅਤੇ ਸਮੱਸਿਆ ਉੱਥੇ ਦੀ ਉੱਥੇ ਰਹਿੰਦੀ ਹੈ। ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਤੁਸੀਂ ਸੁਚੇਤ ਹੋ, ਚੇਤਨ ਦਿਮਾਗ ਹੋ, ਅਤੇ ਚੇਤਨ ਦਿਮਾਗ ਨਾਲ ਸੋਚੋ। ਜੋ ਤੁਸੀਂ ਇਹ ਚੀਜ਼ ਸੋਚਣ ਲੱਗ ਜਾਓਗੇ ਤਾਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਲੱਭ ਪੈਣਾ ਹੈ। ਅਤੇ ਫਿਰ ਜਿਹੜੇ ਤੁਸੀਂ ਜਾ ਕੇ ਵਿਹਲੜਾਂ ਕੋਲੇ, ਪਖੰਡੀਆਂ ਕੋਲੇ ਜਾ ਕੇ ਆਪਣੀ ਆਰਥਿਕ ਲੁੱਟ ਕਰਵਾਉਂਦੇ ਹੋ, ਪੈਸਾ ਲਾਉਂਦੇ ਹੋ, ਇਹ ਪੈਸਾ ਤੁਹਾਡਾ ਜਿਹੜਾ ਤੁਹਾਡੇ ਕੋਲੇ ਰਹੂਗਾ। ਜੇ ਤੁਹਾਡੇ ਕੋਲ ਪੈਸਾ ਰਹੂਗਾ ਤਾਂ ਥੋੜ੍ਹੀਆਂ ਹੌਲੀ ਹੌਲੀ ਅੱਧੀਆਂ ਮੁਸ਼ਕਿਲਾਂ ਤਾਂ ਆਪਣੇ ਆਪ ਹੀ ਹੱਲ ਹੋ ਜਾਣੀਆਂ। ਸੋ ਸਿਆਣੇ ਬਣਨ ਦੀ ਲੋੜ ਹੈ। ਅੱਜ ਮੈਂ ਫਿਰ ਤੁਹਾਡੇ ਸਾਹਮਣੇ ਇੱਕ ਟ੍ਰਿਕ ਲੈ ਕੇ ਆਇਆ, ਮੈਜਿਕ ਟ੍ਰਿਕ। ਇਹ ਟ੍ਰਿਕ ਜਿਹੜੇ ਦਿਖਾਉਂਦੇ ਅਸੀਂ ਜਾਂ ਟ੍ਰਿਕ ਪੇਸ਼ ਕਰਦੇ ਹਾਂ, ਇਹਨਾਂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਤੁਹਾਡਾ ਮਨੋਰੰਜਨ ਕਰਨਾ ਹੈ। ਅਸਲ 'ਚ ਤੁਹਾਨੂੰ ਦਿਖਾਉਣਾ ਹੈ ਕਿ ਜਦੋਂ ਇਹੋ ਜਿਹੇ ਹੀ, ਕਿਉਂਕਿ ਇਹ ਲੋਕ ਚਮਤਕਾਰੀ ਬਣਦੇ ਕਿਵੇਂ ਆ, ਚਮਤਕਾਰੀ ਇਸ ਕਰਕੇ ਬਣਦੇ ਕਿ ਇਹੋ ਜਿਹੇ ਟ੍ਰਿਕ ਕਰਕੇ ਜਦੋਂ ਤੁਹਾਨੂੰ ਲੋਕਾਂ ਨੂੰ ਦਿਖਾਉਂਦੇ ਆ ਤਾਂ ਤੁਹਾਡੇ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਹਾਂ ਬਾਬਾ ਜੀ ਤਾਂ ਵਾਕਈ ਸ਼ਕਤੀ ਹੈ ਯਾਰ, ਇਹਨੇ ਸ਼ਰਾਬ ਨੂੰ ਪਾਣੀ 'ਚ ਬਦਲਤਾ, ਪਾਣੀ ਨੂੰ ਇਹਨੇ ਦੁੱਧ 'ਚ ਬਦਲਤਾ, ਜਾਂ ਇੱਦਾਂ ਦੀਆਂ ਮਤਲਬ ਚੀਜ਼ਾਂ ਬਣਾਤੀਆਂ ਨੇ, ਜਾਂ ਕੋਈ ਪਾਣੀ ਨੂੰ ਇਹਨੇ ਮਤਲਬ ਡੱਬਾ ਹੈਗਾ ਬੱਸ ਕਰ ਲਿਆ, ਉਹਨੇ ਪਾਣੀ ਨਹੀਂ ਡੋਲਣ ਦਿੱਤਾ, ਬਿਨਾਂ ਮਤਲਬ ਜਿਹੜੀ ਹੈਗੀ ਤੀਲੀ ਤੋਂ ਜੋਤ ਜਗਾਤੀ, ਜਾਂ ਖਾਲੀ ਗਲਾਸ ਦੇ ਵਿੱਚੋਂ ਸ਼ਰਾਬ ਪਾਈ ਤਾਂ ਪਾਣੀ ਬਣ ਗਿਆ। ਇੱਦਾਂ ਦਾ ਜਿਹੜਾ ਕੋਈ ਸਾਰਾ ਕੁਝ ਟਰੈਕ ਕਰਦੇ ਉਹ ਅਸੀਂ ਸਾਰੇ ਹੀ ਕਰਕੇ ਦਿਖਾਉਂਦੇ ਹਾਂ। ਅਤੇ ਉਹ ਮਤਲਬ ਜਿਹੜਾ ਮੈਂ ਵੀ ਤੁਹਾਨੂੰ ਇਹ ਹੁਣ ਵੀਡੀਓ ਰਾਹੀਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਏ ਸੀਗੇ, ਅੱਜ ਮੈਂ ਤੁਹਾਨੂੰ ਫਿਰ ਇੱਕ ਹੋਰ ਕਰਕੇ ਦਿਖਾਉਣਾ ਕਿ ਸ਼ਰਾਬ ਨੂੰ ਦੁੱਧ 'ਚ ਕਿਵੇਂ ਬਦਲਿਆ ਜਾ ਸਕਦਾ। ਅਤੇ ਜੇਕਰ ਉਹ ਤੁਸੀਂ ਦੇਖਣਾ, ਉਹਦਾ ਮਤਲਬ ਇਹ ਸਾਡਾ ਮਕਸਦ ਇਹ ਹੈਗਾ ਕਿ ਤੁਹਾਨੂੰ ਜਾਗਰਤ ਕਰਨਾ ਹੈ, ਨਾ ਕਿ ਤੁਹਾਨੂੰ ਮਤਲਬ ਜਿਹੜਾ ਹੈਗਾ ਜਿਹੜਾ ਉਹ ਕਰਨਾ। ਆਹ ਮੇਰੇ ਕੋਲ ਇੱਕ ਸ਼ਰਾਬ ਦਾ ਪੈਗ ਹੈ। ਸ਼ਰਾਬ ਪੀਣੀ ਸਿਹਤ ਲਈ ਬਹੁਤ ਮਾੜੀ ਹੈ, ਹਾਨੀਕਾਰਕ ਹੈ, ਸ਼ਰਾਬ ਨਹੀਂ ਪੀਣੀ ਚਾਹੀਦੀ। ਜਦੋਂ ਪਹਿਲੀ ਗੱਲ ਤਾਂ ਤੁਹਾਡੀ ਆਰਥਿਕਤਾ ਨੂੰ ਖੋਰਾ ਲਾਉਂਦੀ ਹੈ, ਪੈਸੇ ਨੂੰ ਜੇਬ 'ਚੋਂ ਪੈਸਾ ਲੱਗਦਾ ਹੈ, ਫਿਰ ਇਹ ਸਿਹਤ ਖਰਾਬ ਕਰਦੀ ਹੈ। ਫਿਰ ਕਈ ਵਾਰੀ ਸ਼ਰਾਬ ਪੀ ਕੇ ਲੜਾਈਆਂ ਝਗੜੇ ਦੰਗੇ ਫਸਾਦ ਵੀ ਹੁੰਦੇ ਆ, ਥਾਣੇ ਕਚਹਿਰੀਆਂ ਅਤੇ ਜੇਲ੍ਹਾਂ ਤੱਕ ਦਾ ਕੰਮ ਜਿਹੜਾ ਚਲਿਆ ਜਾਂਦਾ ਹੈ। ਯਾਨੀ ਇਹ ਜਿਹੜੀ ਚੀਜ਼ ਹੈ, ਇਹ ਚੀਜ਼ ਚੰਗੇ ਕੰਮ ਨਹੀਂ ਕਰਾਉਂਦੀ, ਹਮੇਸ਼ਾ ਮਾੜੇ ਹੀ ਕਰਾਉਂਦੀ ਹੈ। ਸੋ ਇਸ ਤੋਂ ਬਚਣ ਦੀ ਲੋੜ ਹੈ। ਆਹ ਮੇਰੇ ਕੋਲ ਇੱਕ ਸ਼ਰਾਬ ਦਾ ਪੈਗ ਹੈ, ਆਹ ਮੇਰੇ ਕੋਲ ਪਾਣੀ ਹੈ ਜੱਗ ਦੇ ਵਿੱਚ। ਆਮ ਤੌਰ ਦੇ 'ਤੇ ਤੁਸੀਂ ਸ਼ਰਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਪਾ ਕੇ ਪੀਂਦੇ ਹੋ, ਕੋਈ ਸੋਡਾ ਪਾ ਕੇ ਪੀਂਦਾ, ਕੋਈ ਕੁਛ ਪਾ ਕੇ ਪੀਂਦਾ। ਇਹਦੇ ਵਿੱਚ ਆਪਾਂ ਜਿਹੜਾ ਹੈਗਾ ਪਾਣੀ ਪਾਵਾਂਗੇ, ਲਓ ਜੀ, ਇਹ ਸ਼ਰਾਬ ਦਾ ਦੁੱਧ ਬਣ ਗਿਆ। ਅਤੇ ਜੇ ਇਹੀ ਚੀਜ਼ ਕੋਈ
ਭਗਵੇਂ ਕੱਪੜੇ ਪਾ ਕੇ, ਗਲ 'ਚ ਮਾਲਾ ਪਾ ਕੇ, ਮੱਥੇ 'ਤੇ ਵੱਡਾ ਸਾਰਾ ਟਿੱਕਾ ਲਾ ਕੇ ਇਹ ਚੀਜ਼ ਨੂੰ ਕਰਕੇ ਦਿਖਾ ਦੇ ਤਾਂ ਤੁਸੀਂ ਸੋਚੋਗੇ ਯਾਰ ਕਮਾਲ ਹੋ ਗਈ। ਔਰ ਮੈਂ ਇੱਕ ਸਿੱਧੀ ਗਲਾਸ ਦੇ ਵਿੱਚ ਪਾ ਲਈ ਹੈ, ਉਹ ਮਤਲਬ ਤੁਹਾਨੂੰ ਬੋਤਲ 'ਚ ਪਾ ਕੇ ਦਿਖਾ ਸਕਦਾ ਹੈ ਵੀ ਆਹ ਦੇਖੋ ਜੀ ਬੋਤਲ 'ਚ ਬਾਬੇ ਨੇ ਪੈਗ ਪਾਇਆ ਸੀ ਸ਼ਰਾਬ ਦਾ, ਸ਼ਰਾਬ 'ਚ ਪਾਣੀ ਪਾਇਆ ਅਤੇ ਬਾਬੇ ਨੇ ਚਮਤਕਾਰ ਕੀਤਾ, ਨਾਲ ਦੀਆਂ ਦੁੱਧ ਦੇ ਵਿੱਚ ਬਦਲ ਗਿਆ। ਨਹੀਂ ਹੈ ਮੇਰੇ ਲੋਕੋ, ਇੱਦਾਂ ਨਹੀਂ ਹੁੰਦਾ। ਇੱਕ ਚੀਜ਼ ਨੂੰ ਦੂਜੀ 'ਚ ਕਦੇ ਨਹੀਂ ਬਦਲਿਆ ਜਾ ਸਕਦਾ। ਸਾਡੀ 23 ਸ਼ਰਤਾਂ ਦੇ 'ਚ ਇੱਕ ਸ਼ਰਤ ਸਾਡੀ ਇਹ ਵੀ ਹੈਗੀ ਹੈ ਵੀ ਸ਼ਰਾਬ ਨੂੰ ਪੈਟਰੋਲ ਦੇ ਵਿੱਚ ਬਦਲ ਸਕੇ, ਸ਼ਰਾਬ ਨੂੰ ਕਿਸੇ ਹੋਰ ਚੀਜ਼ ਦੇ ਵਿੱਚ ਬਦਲ ਸਕੇ, ਅਸੀਂ ਉਹਨੂੰ 5 ਲੱਖ ਰੁਪਏ ਦੇਣ ਨੂੰ ਤਿਆਰ ਹੈ। ਅਤੇ ਮੈਂ ਸ਼ਰਾਬ ਨੂੰ ਜਿਹੜਾ ਹੈਗਾ ਦੁੱਧ ਦੇ ਵਿੱਚ ਬਦਲਤਾ। ਹੁਣ ਤੁਸੀਂ ਕਹੋਗੇ ਵੀ ਤੁਸੀਂ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਸ਼ਰਾਬ ਨੂੰ ਜੇ ਪੈਟਰੋਲ 'ਚ ਬਦਲਦੇ ਅਸੀਂ 5 ਲੱਖ ਰੁਪਏ ਦੇਣ ਨੂੰ ਤਿਆਰ ਹੈ, ਅਤੇ ਤੂੰ ਸ਼ਰਾਬ ਨੂੰ ਦੁੱਧ 'ਚ ਕਿਵੇਂ ਬਦਲਤਾ? ਅਸਲ ਦੇ ਵਿੱਚ ਸ਼ਰਾਬ ਹੀ ਨਹੀਂ ਹੈ, ਇੱਕ ਕੈਮੀਕਲ ਹੈ ਇਹ। ਇਹਦਾ ਮੈਂ ਤੁਹਾਨੂੰ ਦੱਸੂਗਾ ਨਹੀਂ ਕਿਉਂਕਿ ਜ਼ਹਿਰੀਲਾ ਹੈ, ਬੜੀ ਚੌਕਸੀ ਨਾਲ, ਬੜੀ ਹੁਸ਼ਿਆਰੀ ਨਾਲ ਰੱਖਣਾ ਪੈਂਦਾ। ਜੇ ਕਿਤੇ ਮਾੜਾ ਜਿਹਾ ਛੱਟਾ ਵੀ ਪਿੰਡੇ ਦੇ ਉੱਤੇ ਪੈ ਗਿਆ ਤਾਂ ਪਿੰਡਾ ਉੱਠ ਖੜ੍ਹਦਾ ਸਾਰਾ। ਕੈਮੀਕਲ ਹੈ, ਜ਼ਹਿਰੀਲਾ ਕੈਮੀਕਲ ਹੈ, ਜਿਹਦੇ ਵਿੱਚ ਪਾਣੀ ਪਾਇਆ ਅਤੇ ਇਹ ਦੁੱਧ ਬਣ ਗਿਆ। ਐਦੋਂ ਵੱਡਾ ਚਮਤਕਾਰ ਮੈਂ ਕਹਿੰਦਾ ਧੋਖਾ ਨਾ ਹੋਣ ਵਾਲੀਆਂ ਹਾਲਤਾਂ ਦੇ ਵਿੱਚ ਸਾਨੂੰ ਕੋਈ ਚਮਤਕਾਰ ਕਰਕੇ ਦਿਖਾ ਦੇ, ਅਸੀਂ 5 ਲੱਖ ਰੁਪਏ ਦਾ ਨਾਮ ਦੇਵਾਂਗੇ। ਕਿਸੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਗੈਬੀ ਸ਼ਕਤੀ ਨਹੀਂ ਹੈ। ਮੇਰੇ ਪਿਆਰੇ ਲੋਕੋ, ਸਿਆਣੇ ਹੋਵੋ, ਜਾਗਰਤ ਹੋਵੋ। ਆਪਣੇ ਖੂਨ ਪਸੀਨੇ ਦੀ ਕਮਾਈ ਇਹਨਾਂ ਵਿਹਲੜ ਪਖੰਡੀਆਂ ਦੇ ਲਟਾਉਣ ਦੀ ਬਜਾਏ ਆਪਣੇ ਘਰ 'ਤੇ ਲਾਓ, ਆਪਣੇ ਪਰਿਵਾਰ 'ਤੇ ਲਾਓ, ਆਪਣੇ ਬੱਚਿਆਂ 'ਤੇ ਲਾਓ। ਉਹਨਾਂ ਨੂੰ ਚੰਗੀ ਪੌਸ਼ਟਿਕ ਖੁਰਾਕ ਦਿਓ ਤਾਂ ਕਿ ਉਹ ਸਿਹਤਮੰਦ ਹੋ ਸਕਣ। ਉਹਨਾਂ ਨੂੰ ਚੰਗੀ ਪੜ੍ਹਾਈ, ਚੰਗੀ ਵਿੱਦਿਆ ਦਿਓ ਤਾਂ ਕਿ ਉਹ ਜਾਗਰਤ, ਗਿਆਨਵਾਨ ਹੋ ਸਕਣ ਅਤੇ ਅੱਗੇ ਵੱਧ ਸਕਣ। ਇਹੀ ਸਾਡਾ ਮਕਸਦ ਹੈ। ਤੁਸੀਂ ਜਿਹੜੇ ਮਸਲੇ ਆਪਣੇ ਆਪ ਹੱਲ ਕਰੋ, ਨਾ ਕਿ ਇਹਨਾਂ ਵਿਹਲੜ ਪਖੰਡੀਆਂ ਦੇ ਸੈਨਾਂ ਦੇ ਬਾਬਿਆਂ ਦੇ ਜਾ ਕੇ ਆਪਣੀ ਆਰਥਿਕ ਲੁੱਟ ਕਰਵਾਉਣੀ ਜਿਹੜੀ ਹੈਗੀ ਹੈ ਉਹ ਬੰਦ ਕਰੋ। ਫਿਰ ਵੀ ਤੁਹਾਨੂੰ ਕਿਤੇ ਲੱਗਦਾ ਹੈ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡੀ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਹਰ ਸ਼ਹਿਰ, ਹਰ ਪਿੰਡਾਂ ਦੇ ਵਿੱਚ ਹੈਗੇ ਹੈ। ਤਕਰੀਬਨ ਤੁਸੀਂ ਜਾਣਦੇ ਹੋ, ਸੁਸਾਇਟੀ ਨੂੰ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ ਹੈ। ਅਤੇ ਤੁਸੀਂ ਸਾਡੇ ਸੁਸਾਇਟੀ ਕੋਲ ਆਓ, ਅਸੀਂ ਤੁਹਾਡੇ ਮਸਲੇ ਦਾ ਜਿਹੜਾ ਹੈਗਾ ਮੁਫਤ ਸਲਾਹ ਦਿੰਦੇ ਹਾਂ, ਮੁਫਤ ਹੱਲ ਕਰਦੇ ਹਾਂ। ਸਾਡੀ ਕੋਈ ਫੀਸ ਨਹੀਂ, ਕੋਈ ਮਤਲਬ ਸਾਡਾ ਚਾਰਜ ਨਹੀਂਗਾ। ਇਸ ਕਰਕੇ ਤੁਸੀਂ ਸਿਆਣੇ ਬਣੋ, ਤੁਹਾਨੂੰ ਸਿਆਣੇ ਹੋਣ ਦੀ ਲੋੜ ਹੈ। ਅਤੇ ਜਿੰਨਾ ਚਿਰ ਤੁਸੀਂ ਸਿਆਣੇ ਨਹੀਂ ਹੁੰਦੇ ਉਹਨਾਂ ਚਿਰ ਫਿਰ ਤੁਹਾਡੇ ਮਸਲੇ ਜਿਹੜੇ ਹੈ ਉਹ ਕਦੇ ਹੱਲ ਨਹੀਂ ਹੋਣੇ।